ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਇਸ ਵੇਲੇ ਦੇ ਵਿੱਚ ਹੁਣ ਦੀਆਂ ਤਾਜ਼ਾ ਤੇ ਖਾਸ ਖਬਰਾਂ। ਸਭ ਤੋਂ ਪਹਿਲਾਂ ਸਿੱਧਾ ਰੁਖ ਕਿਸਾਨੀ ਅੰਦੋਲਨ ਦੇ ਵੱਲ ਕਰਾਂਗੇ। ਕਿਸਾਨ ਅੰਦੋਲਨ ਦੇ ਤਹਿਤ 3 ਖੇਤੀ ਕਾਨੂੰਨਾਂ ਦੇ ਵਿੱਚੋਂ ਇੱਕ ਖੇਤੀ ਕਾਨੂੰਨ ਨੂੰ ਲਾਗੂ ਕਰਨ ਦੀ ਸਿਫਾਰਿਸ਼ ਕੇਂਦਰੀ ਕਮੇਟੀ ਦੇ ਵੱਲੋਂ ਕਰ ਦਿੱਤੀ ਗਈ ਹੈ। ਸੰਸਦੀ ਕਮੇਟੀ ਬਣਾਈ ਗਈ ਸੀ ਜਿਸ ਕਮੇਟੀ ਦੇ ਵੱਲੋਂ 3 ਖੇਤੀ ਕਾਨੂੰਨਾਂ ਦੇ ਵਿੱਚੋਂ ਇੱਕ ਖੇਤੀ ਕਾਨੂੰਨ ਨੂੰ ਲਾਗੂ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਖਾਸ ਤੌਰ ਦੇ ਉੱਤੇ ਇਸ ਬਿੱਲ ਦਾ ਨਾਮ ਕੀ ਹੈ ਉਹ ਦੱਸ ਦਈਏ ਕਿ ਇਹ 3 ਖੇਤੀ ਕਾਨੂੰਨਾਂ ਦੇ ਵਿੱਚੋਂ ਇੱਕ ਕਾਨੂੰਨ ਹੈ ਜਿਸ ਦਾ ਨਾਮ ਹੈ ਜ਼ਰੂਰੀ ਵਸਤਾਂ ਸੋਧ ਬਿੱਲ। ਇਸ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਪ੍ਰਬੰਧ ਕੀਤੇ ਗਏ ਸੀ ਕਿ ਜੇਕਰ ਤੁਸੀਂ ਆਪਣੇ ਕੋਲ ਕਿਸੇ ਵਸਤੂ ਨੂੰ ਸਟੋਰ ਕਰਦੇ ਹੋ ਤਾਂ ਜਿੰਨੇ ਮਰਜ਼ੀ ਵੱਡੀ ਮਾਤਰਾ ਦੇ ਵਿੱਚ ਸਟੋਰ ਕਰੋ, ਤੁਹਾਡੇ ਉੱਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਏਗੀ। ਇਸ ਐਕਟ ਨੂੰ ਹੁਣ ਜਲਦ ਤੋਂ ਜਲਦ ਲਾਗੂ ਕਰਨ ਦੀ ਸਿਫਾਰਿਸ਼ ਕੇਂਦਰੀ ਸੰਸਦੀ ਕਮੇਟੀ ਦੇ ਵੱਲੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 3 ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਿਹਾ ਅੰਦੋਲਨ ਪਿਛਲੇ 100 ਦਿਨਾਂ ਤੋਂ ਜ਼ਿਆਦਾ ਦਿਨ ਤੋਂ ਚੱਲ ਰਿਹਾ ਹੈ। ਇਸ ਕਮੇਟੀ ਦੇ ਵਿੱਚ ਜਿਸ ਕਮੇਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ, ਸਿਫਾਰਿਸ਼ ਕੀਤੀ ਗਈ ਹੈ, ਇਸ ਕਮੇਟੀ ਦੇ ਵਿੱਚ ਕਾਂਗਰਸ, ਤ੍ਰਿਣਮੂਲ ਕਾਂਗਰਸ, ਆਮ ਆਦਮੀ ਪਾਰਟੀ ਸਮੇਤ ਵਿਰੋਧੀ ਪਾਰਟੀਆਂ ਦੇ ਮੈਂਬਰ ਵੀ ਸ਼ਾਮਲ ਨੇ। ਹਾਲਾਂਕਿ ਇਸ ਕਮੇਟੀ ਦੇ ਮੈਂਬਰ ਵਿਰੋਧੀਆਂ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ, ਪਰ ਵੋਟਿੰਗ ਜ਼ਿਆਦਾ ਹੋਣ ਦੇ ਚੱਲਦਿਆਂ ਇਸ ਨੂੰ ਜਲਦ ਤੋਂ ਜਲਦ ਲਾਗੂ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਦੱਸਦੀ ਕਿ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਵੀ ਇਸ ਕਮੇਟੀ ਦਾ ਹਿੱਸਾ ਸਨ, ਪਰ ਭਗਵੰਤ ਮਾਨ ਨੇ ਸਾਫ਼ ਕਰ ਦਿੱਤਾ ਗਿਆ ਕਿ ਉਹਨਾਂ ਦੇ ਵੱਲੋਂ ਕਮੇਟੀ ਦੀਆਂ ਮੀਟਿੰਗਾਂ ਦੇ ਵਿੱਚ ਇਸ ਬਿੱਲ ਦਾ ਵਿਰੋਧ ਕੀਤਾ ਗਿਆ ਹੈ। ਲਾਗੂ ਕਰਵਾਉਣ ਦੀ ਸਿਫਾਰਿਸ਼ ਉਹਨਾਂ ਦੇ ਵੱਲੋਂ ਨਹੀਂ ਕੀਤੀ ਗਈ। ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਧਰ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਦੇ ਵੱਲੋਂ ਕਿਸਾਨਾਂ ਦੇ ਨਾਮ ਨਵਾਂ ਸੁਨੇਹਾ ਹੈ। ਕਿਸਾਨਾਂ ਨੂੰ ਇੱਕ ਵਾਰ ਫਿਰ ਸੱਦਾ, ਕਿਸਾਨਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ 23 ਮਾਰਚ ਨੂੰ ਸੰਘਰਸ਼ ਦੇ ਵਿੱਚ ਪਹੁੰਚੋ, ਕਿਉਂਕਿ 23 ਮਾਰਚ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅਤੇ ਰਾਜਗੁਰੂ ਸੁਖਦੇਵ ਦਾ ਸ਼ਹੀਦੀ ਦਿਨ ਮਨਾਇਆ ਜਾਣਾ ਹੈ, ਜਿਸ ਦੇ ਚੱਲਦਿਆਂ ਭਗਤ ਸਿੰਘ ਦੇ ਜੱਦੀ ਪਿੰਡ ਖਟਕਲ ਕਲਾਂ ਦੇ ਵਿੱਚ ਵੀ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਤੇ ਦੂਜੇ ਪਾਸੇ ਸਿੰਘੂ ਸਰਹੱਦ ਉੱਤੇ ਵੀ ਵੱਡਾ ਸਮਾਗਮ ਹੋਣਾ। ਇੱਥੇ ਪਹੁੰਚਣ ਦੇ ਲਈ ਨੌਜਵਾਨਾਂ ਨੂੰ ਅਪੀਲ ਡਾਕਟਰ ਦਰਸ਼ਨਪਾਲ ਦੇ ਵੱਲੋਂ ਕੀਤੀ ਗਈ ਹੈ। संयुक्त किसान मोर्चा की तरफ से आपको ये बताना चाहता हूँ कि संयुक्त किसान मोर्चा ने जो पिछली मीटिंग में फैसले लिए थे वो पूरे देशवासियों को उनको लागू करना है, इम्प्लीमेंट करना है। उनमें जो मेन फैसले हैं वो तो कुछ तो इम्प्लीमेंट हो गए हैं और कुछ इस तरह है कि 23 मार्च को शहीद आज़म भगत सिंह, राजगुरु सुखदेव का शहादत दिवस पूरे देश में मनाया जाएगा और इसमें खास करके युवाओं को हिस्सा लेने के लिए जरूर आना चाहिए। और जहां उसके जन्म स्थान खटकल कला में एक बहुत बड़ा प्रोग्राम हो रहा है, वहीं दिल्ली के बॉर्डर्स के ऊपर बैठे लोगों के साथ युवाओं ने आके मिलना है और युवाओं का ही मुख्य प्रोग्राम होगा वो। उसके बाद 26 मार्च को पूरे देश में मुकम्मल बंद की कॉल दी गई है। ये मुकम्मल बंद सुबह 6 बजे से लेकर शाम 6 बजे तक होगा और इसमें हर तरह की सेवाएं जो हैं वो बंद रहेंगी। वो बाज़ार, मार्केट्स, ट्रांसपोर्ट, रेल और हर तरह की जो सेवाएं बंद रहने के लिए मैं अपील करता हूं कि सारे देश के किसान आंदोलन में जुड़े हुए किसान संगठन और वो जन संगठन को अपील करता हूं कि अपने अपने प्रांत में, अपनी अपनी राजधानियों और डिस्ट्रिक्ट हेडक्वार्टर्स में, तहसील हेडक्वार्टर्स में तैयारी के लिए अपनी बैठक करो और 26 को मुकम्मल बंद किसानों के पक्ष में संयुक्त किसान मोर्चा की कॉल पर करो। उसके बाद 28 तारीख को 27 तारीख को होली वाले दिन पूरे देश में होली में तीनों कानूनों को जलाया जाएगा, दहन किया जाएगा और उसकी कॉल जो हम देते हैं, तीनों कानून की कापियां लेके उसको होली में जलाओ। उधर कल आम आदमी पार्टी दे ਵੱਲੋਂ ਵੀ ਮੋਗਾ ਦੇ ਬਾਘਾ ਪੁਰਾਣਾ ਦੇ ਵਿੱਚ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਵੱਡੀ ਰੈਲੀ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਨੇ। ਇਸ ਸਾਰੀ ਵੱਡੀ ਮਹਾਸਭਾ ਨੂੰ ਵੇਖਦਿਆਂ ਵੱਡੇ ਪ੍ਰਬੰਧ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੇ ਗਏ ਨੇ। ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਵੱਡਾ ਇਕੱਠ ਕਰਵਾਉਣ ਦੀ ਗੱਲ ਵੀ ਆਮ ਆਦਮੀ ਪਾਰਟੀ ਨੇ ਆਖੀ ਹੈ। ਪਰ ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਬਦਲਦੇ ਕਰੋਨਾ ਹਾਲਾਤਾਂ ਦੇ ਚੱਲਦਿਆਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਇਸ ਰੈਲੀ ਨੂੰ ਲੈ ਕੇ ਹੋ ਰਹੀਆਂ ਨੇ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਗਈ ਹੈ। ਵੇਖੋ, ਕਰੋਨਾ ਕੋਈ ਕੱਲ ਨਹੀਂ ਆਇਆ ਪੰਜਾਬ ਵਿੱਚ। ਕਰੋਨਾ ਨੂੰ ਆਏ 1 ਸਾਲ ਤੋਂ ਵੱਧ ਹੋ ਗਿਆ, ਪਰ ਕੱਲ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ ਤੇ ਕਾਂਗਰਸ ਦੀ ਖਾਸ ਚਿੰਤਾ ਹੈਗੀ ਹੈ। ਕਾਂਗਰਸ
ਆਪਾਂ ਬਿਲਕੁਲ, ਮੈਂ ਤਾਂ ਕਹਿੰਦਾ ਪਿਛਲੇ ਲਗਭਗ 13-14 ਮਹੀਨਿਆਂ ਤੋਂ ਲਗਾਤਾਰ ਕਾਂਗਰਸ ਕੋਵਿਡ ਦਾ ਪ੍ਰਕੋਪ ਪੰਜਾਬ ਤੇ ਮੰਡਰਾ ਰਿਹਾ ਹੈ। ਸਰਕਾਰ ਦੀ ਨਾਕਾਮੀਆਂ, ਸਰਕਾਰ ਦਾ ਫੇਲ ਹੈਲਥ ਸਿਸਟਮ ਪ੍ਰਮਾਣ ਹੈ ਸਾਰੀ ਚੀਜ਼ ਦਾ। ਕਿਸ ਤਰੀਕੇ ਦਿੱਲੀ ਇਹਦੇ ਨਾਲੋਂ ਖਰਾਬ ਸਿਚੁਏਸ਼ਨ ਸੀ, ਪਰ ਅੱਜ ਦਿੱਲੀ ਕਾਫੀ ਸੇਫ ਸਿਚੁਏਸ਼ਨ ਵਿੱਚ ਹੈਗੀ ਹੈ। ਸਿਰਫ ਤੇ ਸਿਰਫ ਆਪਣੀ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਆਪਾਂ ਸਾਰਿਆਂ ਨੇ ਵੇਖਿਆ ਪਿਛਲੇ 1 ਸਾਲ ਦੇ ਦੌਰਾਨ ਕਿ ਕਾਂਗਰਸ ਨੇ ਵੱਡੀ ਰੈਲੀਆਂ, ਵੱਡੇ ਇਕੱਠ ਨਹੀਂ ਕੀਤੇ ਤਾਂ ਕੋਵਿਡ ਨਹੀਂ ਸੀ। ਐਮਸੀ ਇਲੈਕਸ਼ਨ ਦੇ ਦੌਰਾਨ ਰੈਲੀਆਂ ਨਹੀਂ ਹੋਈਆਂ, ਐਮਸੀ ਇਲੈਕਸ਼ਨ ਦੇ ਦੌਰਾਨ ਜਨ ਸਭਾਵਾਂ ਨਹੀਂ ਹੋਈਆਂ ਤਾਂ ਕੋਵਿਡ ਕਿੱਥੇ ਸੀਗਾ? ਤਾਂ ਕੋਵਿਡ ਕਿੱਥੇ ਸੀ? ਤਾਂ ਕੋਵਿਡ ਨਹੀਂ ਸੀ। ਹਾਂਜੀ ਨਹੀਂ, ਕੇਸਿਸ ਤੇ ਹੁਣ ਜਿਸ ਹਿਸਾਬ ਸੇ ਅੱਜ ਕੈਪਟਨ ਸਰਕਾਰ ਦੀ ਨੀਂਦ ਖੁੱਲੀ ਹੈ ਤੇ ਕੇਸਿਸ ਨਜ਼ਰ ਆਉਣਾ ਸ਼ੁਰੂ ਹੋ ਗਏ ਨੇ। ਕੇਸਿਸ ਤੇ ਪਿਛਲੇ 13 ਮਹੀਨਿਆਂ ਤੋਂ ਐਕਸਟ੍ਰੀਮ ਤੇ ਵੀ ਗਏ ਨੇ ਤੇ ਹੁਣ ਫਿਰ ਵੱਧ ਰਹੇ ਨੇ। ਪਰ ਸਿਰਫ ਤੇ ਸਿਰਫ ਆਪਣੇ ਪੋਲੀਟੀਕਲ ਏਜੰਡੇ ਨੂੰ ਤੁਸੀਂ ਸਾਰਥਕ ਕਰਨ ਵਾਸਤੇ ਕਹੋ ਜੀ ਹੁਣ ਇੱਕ ਦਿਨ ਵਾਸਤੇ ਕਰੋਨਾ ਆ ਗਿਆ। ਇਸ ਤੋਂ ਇਲਾਵਾ ਜਦੋਂ ਪਿਛਲੇ 13 ਮਹੀਨਿਆਂ 14 ਮਹੀਨਿਆਂ 'ਚ ਰੈਲੀਆਂ ਹੋਈਆਂ ਨੇ ਤਾਂ ਕੋਵਿਡ ਨਹੀਂ ਸੀਗਾ, ਪਰ ਫਿਰ ਵੀ ਸਾਰੀ ਹਦਾਇਤਾਂ ਜੋ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਨੇ ਸਭ ਨੂੰ ਧਿਆਨ 'ਚ ਰੱਖਦੇ ਹੋਏ ਕੱਲ੍ਹ ਦੀ ਰੈਲੀ ਕੀਤੀ ਜਾਊਗੀ। ਹਾਂਜੀ, ਮਾਸਕ, ਸੋਸ਼ਲ ਡਿਸਟੈਂਸਿੰਗ, ਸਾਰੀ ਚੀਜ਼ਾਂ ਦਾ ਬਈ ਕਿਹਾ ਗਿਆ ਵੀ ਜੋ ਵੀ ਬੁਲਾਰੇ ਹੋਣਗੇ ਉਹਨਾਂ ਕੋਲ ਨੈਗੇਟਿਵ ਰਿਪੋਰਟ ਹੋਣੀ ਚਾਹੀਦੀ ਹੈ। ਜੋ ਵੀ ਡੀਸੀ ਦਫ਼ਤਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸਾਰੀ ਫੋਲੋ ਕੀਤੀਆਂ ਜਾਣਗੀਆਂ। ਭਗਵੰਤ ਮਾਨ ਜੀ ਨਾਲ ਹੀ ਹੋਣਗੇ, ਮੈਨੂੰ ਲੱਗਦਾ ਅੱਜ ਹੀ ਇਹ ਮੀਟਿੰਗ ਹੋਈ ਹੈ ਤੇ ਬਹੁਤ ਛੇਤੀ ਉਹਦੇ ਬਾਰੇ ਤੁਹਾਨੂੰ ਅਪਡੇਟ ਵੀ ਕਰਾਂਗੇ। ਜਿੱਥੇ ਤੱਕ ਆਮ ਆਦਮੀ ਪਾਰਟੀ ਦੇ ਸਟੈਂਡ ਦੀ ਗੱਲ ਹੈ ਤੇ ਪਹਿਲੇ ਦਿਨ ਤੋਂ ਇਹ ਤਿੰਨੇ ਕਾਲੇ ਕਾਨੂੰਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਸੰਘਰਸ਼ ਕਰ ਰਹੀ ਹੈ। ਕੱਲ੍ਹ ਦੀ ਜੋ ਰੈਲੀ ਵੀ ਕਿਸਾਨ ਮਹਾਸੰਮੇਲਨ ਹੋ ਰਿਹਾ ਹੈ ਉਹ ਵੀ ਇਹਨਾਂ ਦੀ ਖਿਲਾਫਤ ਕਰਨ ਵਾਸਤੇ, ਕਾਲੇ ਕਾਨੂੰਨਾਂ ਦੀ ਤੇ ਕਿਸਾਨਾਂ ਦੀ ਹਿਮਾਇਤ ਵਾਸਤੇ ਹੋ ਰਹੀ ਹੈ। ਉਧਰ ਕੋਰੋਨਾ ਮਹਾਮਾਰੀ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਟਿੱਪਣੀ ਕੀਤੀ ਹੈ। ਇਸ ਟਿੱਪਣੀ ਦੇ ਵਿੱਚ ਉਹਨਾਂ ਨੇ ਵੱਖਰੇ ਕਿਸਮ ਦੀ ਗੱਲ ਆਖ ਦਿੱਤੀ, ਜਿਸ ਨੂੰ ਲੈ ਕੇ ਹੁਣ ਲਗਾਤਾਰ ਜਥੇਦਾਰ ਦਾ ਇਹ ਬਿਆਨ ਸੁਰਖੀਆਂ ਦੇ ਵਿੱਚ ਹੈ। ਅਸੀਂ ਤਾਂ ਗੁਰੂ ਦੇ ਦਰਸ਼ਨ ਦੀਦਾਰ ਕਰਨ ਜਿਹੜਾ ਉਹ ਜਾਣਾ। ਗੁਰੂ ਸਾਡੇ ਲਈ ਸਭ ਤੋਂ ਅਹਿਮ ਹੈ। ਗੁਰੂ ਸਾਡੇ ਲਈ ਸਭ ਮੈਨੂੰ ਲੱਗਦਾ ਕਿ ਸ਼ਾਇਦ ਕਰੋਨਾ ਵੀ ਲੱਗਦਾ ਸਰਕਾਰ ਦਾ ਜਿਹੜਾ ਆਗਿਆਕਾਰੀ ਪੁੱਤ ਹੀ ਹੈ, ਜਿਹੜਾ ਸਰਕਾਰ ਦੀ ਆਗਿਆ 'ਚ ਚੱਲਦਾ, ਕਿਹੜੀ ਸਟੇਟ 'ਚ ਜਾਣਾ ਹੈ, ਕਿਹੜੀ ਸਟੇਟ 'ਚ ਨਹੀਂ ਜਾਣਾ। ਤੇ ਇਹ ਕਰੋਨਾ ਮੈਨੂੰ ਲੱਗਦਾ ਸਰਕਾਰ ਨੂੰ ਪੁੱਛ ਕੇ ਜਿਹੜਾ ਉਹ ਵੜਦਾ ਅੰਦਰ। ਉਧਰ 29 ਜਨਵਰੀ ਤੋਂ ਦਿੱਲੀ ਪੁਲਿਸ ਦੀ ਹਿਰਾਸਤ ਦੇ ਵਿੱਚ ਅਤੇ ਉਸ ਤੋਂ ਬਾਅਦ ਤਿਹਾੜ ਜੇਲ੍ਹ ਦੇ ਵਿੱਚ 2 ਮਹੀਨੇ ਗੁਜ਼ਾਰਨ ਤੋਂ ਬਾਅਦ ਰਣਜੀਤ ਸਿੰਘ ਆਖਿਰਕਾਰ ਜ਼ਮਾਨਤ ਦੇ ਉੱਤੇ ਰਿਹਾ ਹੋ ਕੇ ਘਰ ਵਾਪਸ ਪਰਤੇ ਨੇ। 2 ਮਹੀਨਿਆਂ ਤੋਂ ਬਾਅਦ ਘਰ ਪਰਤੇ ਰਣਜੀਤ ਸਿੰਘ ਦਾ ਪਿੰਡ ਵਾਸੀਆਂ ਦੇ ਵੱਲੋਂ ਢੋਲ, ਨਗਾਰੇ ਅਤੇ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਦੇ ਉੱਤੇ ਰਣਜੀਤ ਸਿੰਘ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿਰਸਾ ਅਤੇ ਅਕਾਲੀ ਦਲ ਦੇ ਵੱਡੇ ਆਗੂ ਵਿਕਰਮ ਮਜੀਠੀਆ ਵੀ ਮੌਜੂਦ ਰਹੇ ਨੇ। ਬਹੁਤ ਨਾਂ ਉੱਚਾ ਕੀਤਾ ਮੇਰੇ ਪੁੱਤ ਨੇ, ਬਹੁਤ ਹਿੰਮਤ ਕੀਤੀ ਉਹਨਾਂ। ਮੇਰੇ ਮਸੀਹ ਬਹੁਤ ਮਾਣਿਆ। ਉਹ ਸਰਸੇ ਦਾ ਵਿਚਾਰੇ ਦਾ ਬਹੁਤ ਬਹੁਤ ਭਲਾ ਹੋਵੇ, ਜੁਗ ਜੁਗ ਜੀਵੇ ਉਹ। ਮੇਰੇ ਮੁੰਡੇ ਦਾ ਇੰਨਾ ਹੈ ਨਾ, ਜੋ ਉਹਦਾ ਬਹੁਤ ਵਧੀਆ ਮੁੰਡਾ ਮੇਰਾ ਮਸੀਹ ਮਿਲਿਆ ਪਤਾ ਮੈਨੂੰ ਦੁਬਾਰਾ, ਮਸੀਹ ਨਵਾਂ ਜਨਮ ਹੋਇਆ। ਇਹਦਾ ਸਵਾਗਤ ਅਸੀਂ ਬਹੁਤ ਜੋਸ਼ ਖਰੋਸ਼ ਨਾਲ ਕਰ ਰਹੇ ਹਾਂ। ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ ਪੂਰੇ ਵਰਲਡ ਦੇ ਵਿੱਚ ਨਾਮ ਚਮਕਾਇਆ ਆਪਣੇ ਪਰਿਵਾਰ ਦਾ ਵੀ, ਪਿੰਡ ਦਾ ਵੀ? ਹਾਂਜੀ, ਬਹੁਤ ਵਧੀਆ। ਕਿਸੇ ਨੂੰ ਕਾਜਮਪੁਰ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਦੁਨੀਆ ਤੇ, ਜਿਹੜਾ ਅੱਜ ਹੁਣ ਵਰਲਡ ਤੇ ਨਾਂ ਚਮਕ ਗਿਆ ਕਾਜਮਪੁਰ ਦਾ। ਹਾਂਜੀ, ਬਹੁਤ ਵਧੀਆ। ਦੇਖ ਲਓ ਜੀ, ਤਿਆਰੀ ਤਾਂ ਵਿਆਹ ਵਾਂਗਰ ਕੀਤੀ ਆ। ਹਾਂਜੀ। ਤੇ ਕਿੰਨੇ ਦਿਨ ਬਾਅਦ ਅੱਜ ਤੁਹਾਡਾ ਪੁੱਤ ਵਾਪਸ ਆ ਰਿਹਾ ਜੀ ਘਰ? 2 ਮਹੀਨੇ ਅੱਜ 21 ਤਰੀਕ ਨੂੰ, ਕੱਲ ਨੂੰ ਹੋ ਜਾਣੇ 2 ਮਹੀਨੇ ਘਰੋਂ ਗਏ ਨੇ। 2 ਮਹੀਨੇ ਮਹਾਰਾਜ ਨੇ ਵਾਪਸ ਦਿੱਤਾ। ਉਧਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਚੱਲ ਰਿਹਾ ਰੇੜਕਾ ਆਖਿਰਕਾਰ ਖਤਮ ਹੋ ਚੁੱਕਿਆ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਅਪ੍ਰੈਲ ਮਹੀਨੇ ਦੇ ਵਿੱਚ ਹੋ ਸਕਦੀਆਂ ਨੇ। ਇਸ ਸੰਬੰਧ ਦੇ ਵਿੱਚ ਜਾਣਕਾਰੀ ਗੁਰਦੁਆਰਾ ਚੋਣ ਮੰਤਰਾਲੇ ਦੇ ਮੰਤਰੀ ਦੇ ਵੱਲੋਂ ਦਿੱਤੀ ਗਈ ਹੈ। ਦਿੱਲੀ ਸਰਕਾਰ ਦੇ ਅਧੀਨ ਇਹ ਮੰਤਰਾਲੇ ਆਉਂਦਾ ਹੈ, ਜਿਸ ਦੇ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕमेटी ਦੀਆਂ ਚੋਣਾਂ अप्रैल महीने ਦੇ ਵਿੱਚ ਹੋਣਗੀਆਂ ਤੇ ਸਾਰੀਆਂ ਤਿਆਰੀਆਂ ਉਹਨਾਂ ਦੇ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਨੇ। तैयारी चुनाव की पूरी चल रही है और काफ़ी लंबे समय से हम लोग लगे हैं। हमने एक लक्ष्य तय किया था कि हम चुनाव पूरी तरह निष्पक्षता से करेंगे और पूरी तरह पारदर्शिता के साथ करेंगे और किसी ट्रांसपेरेंट मैनर में करेंगे। किसी प्रकार की गड़बड़ी इस बार अलाउ नहीं है। तो मैं समझता हूँ ये गुरुद्वारा प्रबंधन ये एक रिलीजियस मैटर है, इसमें पॉलिटिकल इंटरवेंशन नहीं होना चाहिए। हम लोगों ने सारी लिस्ट तैयार करवाई है और जो अवैध वोट पाए गए, जो लोग यहाँ नहीं रहते, जो वापस नहीं आए, उन वोटों को भी कैंसिल किया गया है और जो नए लोग यहाँ रहते हैं उनको वोट बनाने का भी मौका दिया है। और हमारा एक ही लक्ष्य है कि हम इस
चुनाव को पूरी निष्पक्षता से और पूरी ईमानदारी के साथ समय पर कराएं। सर चुनाव कब तक हो सकता है, कोई आइडिया? अप्रैल में चुनाव है, बहुत जल्दी इस हफ्ते के अंदर अंदर नोटिफिकेशन आने वाला है और उसके बाद चुनाव की प्रक्रिया शुरू हो जाएगी। शिरोमणि अकाली दल एक रिलीजियस पार्टी कह के लोगों ने कहा होगा, और जो 2010 के अंदर अमेंडमेंट आया उसमें स्पष्टता लिखा हुआ है कि कोई भी रिलीजियस पार्टी ही केवल चुनाव लड़ेगी, या जिसको सिंबल मिलेगा, या बाकी जो अगर कोई लड़ते हैं उसको इंडिपेंडेंट कैंडिडेट माना जाएगा। और साथ में पार्टीज़ को सिंबल उनको मिलेगा जो रजिस्टर्ड पार्टी हैं, रजिस्ट्रार ऑफ सोसाइटीज़ के यहाँ पर। तो वो कानून का हिस्सा है, जो कानून है हमें उसके हिसाब से चलना है। तो हम लोग ने तय किया कि जो 2010 के अंदर सरकार ने उस वक्त जो अमेंडमेंट लाए थे एक्ट के अंदर, उस एक्ट के हिसाब से हम लोग चुनाव करवाएंगे। ਉਧਰ ਲੁਧਿਆਣਾ ਦੇ ਵਿੱਚ ਵੀ ਸਿਹਤ ਮਹਿਕਮੇ ਦੀ ਟੀਮ ਦੇ ਵੱਲੋਂ ਵੱਖ-ਵੱਖ ਮਾਲਾਂ ਅਤੇ ਵੱਡੇ ਸ਼ਾਪਿੰਗ ਸੈਂਟਰਾਂ ਦੇ ਵਿੱਚ ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ ਤਾਂ ਜੋ ਆਮ ਲੋਕ ਇਸ ਕਰੋਨਾ ਮਹਾਮਾਰੀ ਤੋਂ ਆਪਣਾ ਬਚਾਅ ਕਰ ਸਕਣ। ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੋਵਿਡ-19 ਦਾ ਦੌਰ ਚੱਲ ਰਿਹਾ ਵਾ ਤੇ ਇਹਦਾ ਸੈਕੰਡ ਸਟੇਜ ਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ। ਇਹਦੇ ਵਿੱਚ ਲੋਕਾਂ ਵੱਲੋਂ ਕਿੰਨੇ ਕੁ ਰੂਲ ਫੋਲੋ ਕੀਤੇ ਜਾ ਰਹੇ ਨੇ, ਉਸ ਸੰਬੰਧ ਦੇ ਵਿੱਚ ਅਸੀਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਗਰੂਕਤਾ ਕੈਂਪੇਨ ਚਲਾ ਰਹੇ ਹਾਂ। ਇਸ ਵਾਸਤੇ ਡਿਪਟੀ ਕਮਿਸ਼ਨਰ ਸਾਹਿਬ ਦੀਆਂ ਸਾਨੂੰ ਤੇ ਸਿਵਲ ਸਰਜਨ ਸਾਹਿਬ ਦੀਆਂ ਸਟੈਂਡਿੰਗ ਇੰਸਟਰਕਸ਼ਨ ਸੀ ਵੀ ਜਿੱਥੇ ਵੀ ਭੀੜ ਭਾੜ ਵਾਲੇ ਇਲਾਕੇ ਨੇ ਉੱਥੇ ਜਾ ਕੇ ਤੁਸੀਂ ਇੱਕ ਅਵੇਅਰਨੈਸ ਕੈਂਪੇਨ ਚਲਾਓ, ਜਿੱਥੇ ਲੋਕਾਂ ਵੱਲੋਂ ਮਾਸਕ ਦਾ ਪ੍ਰਯੋਗ ਨਹੀਂ ਕੀਤਾ ਜਾ ਰਿਹਾ, ਸੋਸ਼ਲ ਡਿਸਟੈਂਸਿੰਗ ਮੇਨਟੇਨ ਨਹੀਂ ਕੀਤੀ ਜਾ ਰਹੀ, ਜਾਂ ਕੋਵਿਡ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਆ। ਉਸੇ ਸੰਬੰਧ ਵਿੱਚ ਅੱਜ ਅਸੀਂ ਫਿਰੋਜ਼ਪੁਰ ਰੋਡ ਤੇ ਸਥਿਤ ਵੇਵ ਮਾਲ ਵਿੱਚ ਆਏ ਸੀਗੇ। ਇੱਥੇ ਮਾਲ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ, ਕਿਉਂਕਿ ਇਹਨਾਂ ਵੱਲੋਂ ਐਂਟਰੀ ਪੁਆਇੰਟ 'ਤੇ ਹੀ ਮਾਸਕ ਰੱਖੇ ਗਏ ਨੇ, ਥਰਮਲ ਸਕੈਨਿੰਗ ਕੀਤੀ ਜਾ ਰਹੀ ਆ, ਹੈਂਡ ਸੈਨੀਟਾਈਜ਼ ਕਰਵਾ ਕੇ ਹੀ ਲੋਕਾਂ ਨੂੰ ਅੰਦਰ ਭੇਜਿਆ ਜਾ ਰਿਹਾ। ਜਿਨ੍ਹਾਂ ਕੋਲੇ ਮਾਸਕ ਨਹੀਂ ਹੁੰਦਾ ਤਾਂ ਉਹਨਾਂ ਨੂੰ ਗੇਟ ਦੇ ਉੱਪਰ ਹੀ ਮਾਸਕ ਦਿੱਤੇ ਜਾ ਰਹੇ ਨੇ ਤਾਂ ਜੋ ਲੋਕ ਮਾਸਕ ਲਗਾ ਕੇ ਇਸ ਕੋਵਿਡ ਦੀ ਜੋ ਚੇਨ ਚੱਲ ਰਹੀ ਆ ਉਹਨੂੰ ਰੋਕ ਸਕਣ। ਦੋਸਤੋ, ਚੱਲਦਾ ਫਿਰਦਾ ਕਰੋਨਾ ਬੰਬ ਨੇ। ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਉਹਨਾਂ ਨਾਲ ਸਖਤੀ ਨਾਲ ਨਜਿੱਠੇ। ਜਿਹੜੇ ਐਂ ਦੇ ਬੰਦੇ ਨੇ ਉਹਨਾਂ ਦੀ ਕੋਈ ਰਿਆਇਤ ਨਹੀਂ ਕਰਨੀ ਚਾਹੀਦੀ। ਮੌਲਾਂ ਦੇ ਉੱਪਰ ਪੂਰੀ ਸਖਤੀ ਕਰਨ। ਜਿਹੜੇ ਐਂ ਦੇ ਫਿਰ ਰਹੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕਰੋਨਾ ਫੈਲਣ ਤੋਂ ਰੋਕਿਆ ਜਾਵੇ। ਸੈਕਿੰਡ ਵੇਵ ਇਜ਼ ਮੋਰ ਡੇਂਜਰਸ। ਆਪਾਂ ਸਾਰਿਆਂ ਨੇ ਮਿਲ ਜੁਲ ਕੇ ਕਰੋਨਾ ਨੂੰ ਹਰਾਉਣਾ। ਹੱਥ ਸੈਨੀਟਾਈਜ਼ ਕਰਨ, ਥੋੜ੍ਹਾ ਜਿਹਾ ਹੱਥ ਪੈਰ ਧੋਣ। ਉਧਰ ਗੁਰੂ ਸਾਹਿਬ ਦੇ 400 ਸਾਲਾ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਹੈ। ਇਸ ਨਗਰ ਕੀਰਤਨ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਪਹੁੰਚੇ, ਜਿਨ੍ਹਾਂ ਦੇ ਵੱਲੋਂ ਇਸ ਮੌਕੇ ਦੇ ਉੱਤੇ ਸੰਗਤਾਂ ਨੂੰ ਨਾਮ ਬਾਣੀ ਅਤੇ ਗੁਰਬਾਣੀ ਦੇ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਅੱਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ 400 ਸਾਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ, ਉਹਦੇ ਸੰਬੰਧ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਪ੍ਰਕਾਸ਼ ਅਸਥਾਨ ਤੋਂ ਗੁਰੂ ਕੇ ਮਹਿਲ ਤੋਂ ਇੱਕ ਬਹੁਤ ਵੱਡਾ ਵਿਸ਼ਾਲ ਨਗਰ ਕੀਰਤਨ ਸ਼ੁਰੂ ਕੀਤਾ ਜਾ ਰਿਹਾ। ਸੰਗਤਾਂ ਨੂੰ ਸੁਨੇਹਾ ਦੇਣ ਵਾਸਤੇ, ਸੰਗਤਾਂ ਨੂੰ ਬਾਣੀ ਨਾਲ ਜੋੜਨ ਵਾਸਤੇ, ਸੰਗਤਾਂ 'ਚ ਉਤਸ਼ਾਹ ਪੈਦਾ ਕਰਨ ਵਾਸਤੇ ਇਹ ਸਾਡੀਆਂ ਪਰੰਪਰਾਵਾਂ ਹਨ ਕਿ ਅਸੀਂ ਗੁਰਮਤਿ ਸਮਾਗਮ ਕਰੀਏ, ਅਸੀਂ ਨਗਰ ਕੀਰਤਨ ਕੱਢੀਏ। ਉਹ ਪਰੰਪਰਾਵਾਂ ਨੂੰ ਵੇਖਦਿਆਂ ਹੋਇਆਂ ਅੱਜ ਇਹ ਵਿਸ਼ਾਲ ਨਗਰ ਕੀਰਤਨ ਇੱਥੋਂ ਚੱਲ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਜਿੱਥੇ ਮੁਬਾਰਕ ਚਰਨ ਪਏ ਹੈ ਉੱਥੋਂ ਹੁੰਦਾ ਹੋਇਆ ਵੱਖ-ਵੱਖ ਪੜਾਵਾਂ 'ਤੇ ਰੁਕਦਾ ਹੋਇਆ ਪੰਜਾਬ, ਹਰਿਆਣਾ, ਇਹ ਸਾਰੇ ਮਾਲਵਾ, ਮਾਝਾ, ਦੁਆਬਾ ਇੱਥੋਂ ਹੋ ਕੇ ਦਿੱਲੀ ਪਹੁੰਚੇਗਾ ਤੇ ਦਿੱਲੀ ਤੋਂ ਫਿਰ ਦੁਬਾਰਾ ਵਾਪਸ ਸਫ਼ਰ ਜਿਹੜਾ ਭਾਈ ਜਾਤਾ ਜੀ ਜੋ ਸੀਸ ਲੈ ਕੇ ਆਏ ਸੀ ਉੱਥੋਂ ਦੀ ਕਰਦਾ ਹੋਇਆ ਆਨੰਦਪੁਰ ਸਾਹਿਬ ਪਹੁੰਚੇਗਾ। ਸੋ ਲੰਬਾ ਸਮਾਂ ਲੱਗੇਗਾ, 1 ਮਹੀਨੇ ਦਾ ਤਕਰੀਬਨ ਸਮਾਂ ਲੱਗੇਗਾ। ਮੈਂ ਸਾਰੀ ਸੰਗਤ ਨੂੰ ਬੇਨਤੀ ਕਰਾਂਗੀ ਕਿ ਰਸਤਿਆਂ ਵਿੱਚ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਆਪਣਾ ਮੁਬਾਰਕ ਚਰਨ ਪਾਉਂਦੇ ਆ, ਜਿੱਥੋਂ ਜਿੱਥੋਂ ਲੰਘਦੇ ਜਾਣਗੇ, ਸਾਰੀ ਸੰਗਤ ਉਮੜ ਕੇ ਆਓ, ਆਪਣੇ ਪਾਤਸ਼ਾਹ ਨੂੰ ਨਮਸਕਾਰ ਕਰੋ ਤੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਮੈਂ ਇਹ ਵੀ ਬੇਨਤੀ ਕਰਾਂਗੀ ਕਿ ਸਰਕਾਰ ਪੈਨਿਕ ਨਾ ਕ੍ਰੀਏਟ ਕਰੇ, ਸੁਚੇਤ ਜ਼ਰੂਰ ਕਰੇ। ਜੋ ਹਦਾਇਤਾਂ ਹਨ ਸਾਨੂੰ ਬਣਨੀਆਂ ਚਾਹੀਦੀਆਂ, ਪਾਲਣੀਆਂ ਚਾਹੀਦੀਆਂ ਤੇ ਸੰਗਤ ਜਿਹੜੀ ਹੈ ਹਮੇਸ਼ਾ ਗੁਰੂ ਲਈ ਸ਼ਰਧਾ ਜਿਹੜੀ ਹੈ ਉਹ ਆਪਣੇ ਬਣਾਈ ਰੱਖੇ। ਰਸਤਿਆਂ ਵਿੱਚ ਵੱਖ-ਵੱਖ ਢੰਗ ਦੇ ਨਾਲ ਜੀ ਆਇਆਂ ਕਹਿਣ ਵਾਸਤੇ ਆਪਣੇ ਆਪਣੇ ਪੜਾਵਾਂ ਤੇ ਜ਼ਰੂਰ ਖੜੀ ਹੋ ਕੇ ਜੀ ਆਇਆਂ ਕਰੇ। ਉਧਰ ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੇ ਕਰੋਨਾ ਮਹਾਮਾਰੀ ਦੇ ਕੇਸਾਂ ਦੇ ਮੱਦੇਨਜ਼ਰ ਸਕੂਲਾਂ ਨੂੰ ਤਾਂ ਬੰਦ ਕਰ ਦਿੱਤਾ ਗਿਆ, ਪਰ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੇ ਵੱਲੋਂ ਮਿਲ ਕੇ ਅਪੀਲ ਕੀਤੀ ਗਈ ਹੈ ਸਰਕਾਰ ਨੂੰ ਕਿ ਜਲਦ ਤੋਂ ਜਲਦ ਸਕੂਲ ਅਤੇ ਕਾਲਜ ਖੋਲ੍ਹੇ ਜਾਣ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦੇ ਉੱਤੇ ਮਾੜਾ ਅਸਰ ਨਾ ਪਵੇ। ਅਪੀਲ ਖਾਸ ਤੌਰ ਦੇ ਉੱਤੇ ਅਧਿਆਪਕਾਂ ਦੇ ਵੱਲੋਂ ਸਰਕਾਰ ਨੂੰ ਕੀਤੀ ਗਈ ਹੈ।
ਆਨਲਾਈਨ ਸਿੱਖਿਆ ਜਿਹੜੀ ਸੀ ਉਹ ਨਾਲੋਂ ਨਾਲ ਬੱਚਿਆਂ ਨੂੰ ਦਿੱਤੀ ਗਈ ਆ। ਸਿਲੇਬਸ ਪੂਰੇ ਦਾ ਪੂਰਾ ਕਵਰ ਕਰਵਾਇਆ ਗਿਆ ਹੈ। ਇੱਕ ਚੈਪਟਰ ਬੱਚੇ ਦਾ ਕਨਸੈਪਟਸ ਸਾਰੇ ਕਲੀਅਰ ਕੀਤੇ ਗਏ ਸੀ। ਕੋਈ ਬੱਚੇ ਨੂੰ ਡਾਊਟ ਨਹੀਂ ਸੀ। ਬੱਚੇ ਤਿਆਰੀਆਂ ਕਰ ਰਹੇ ਸੀ। ਪ੍ਰੀਖਿਆਵਾਂ ਦੇ ਦੌਰਾਨ ਇਸ ਵਕਤ ਜਿਹੜੀ ਕਰੋਨਾ ਦੀ ਵੇਵ ਸੀ ਉਹ ਕਾਫੀ ਤੀਵਰ ਉੱਭਰ ਕੇ ਆਈ ਆ। ਕਾਫੀ ਉੱਚ ਦਰ ਸੀ ਉਹਦੀ ਇਸ ਵਕਤ। ਪੋਜ਼ੀਟਿਵ ਜਿਹੜੇ ਪਾਏ ਜਾ ਰਹੇ ਸੀ ਕੇਸ, ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਸੇਫਟੀ ਦੇ ਮੱਦੇਨਜ਼ਰ ਇੱਕ ਸੇਫਟੀ ਮੇਜਰਮੈਂਟ ਲੈਂਦੇ ਹੋਏ ਸਰਕਾਰ ਦੁਆਰਾ ਜਿਹੜੀਆਂ ਹਦਾਇਤਾਂ ਕੀਤੀਆਂ ਗਈਆਂ ਨੇ ਉਹ 1 ਹਫ਼ਤੇ ਲਈ ਆ, ਕੇਵਲ ਤੇ ਕੇਵਲ 1 ਹਫ਼ਤੇ ਲਈ ਆ, ਤਾਂ ਕਿ ਫਿਰ ਅਸੀਂ ਜਿਹੜਾ ਮਾਸਕ ਪਾਉਣਾ ਛੱਡ ਦਿੱਤਾ ਸੀ। ਮਾਸਕ ਤੋਂ ਤੇ ਇੱਕ ਸੋਸ਼ਲ ਡਿਸਟੈਂਸ ਜਿਹੜਾ ਸਮਾਜਿਕ ਦੂਰੀ ਆ ਉਹਦੇ ਤੋਂ ਅਸੀਂ ਬਿਲਕੁਲ ਹੀ ਘਟਾ ਦਿੱਤਾ ਸੀ। ਸੋ ਉਹਨਾਂ ਨੂੰ ਇੱਕ ਵਾਰੀ ਲਾਗੂ ਕਰਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤਾਂ ਡਰਨ ਦੀ ਕੋਈ ਲੋੜ ਨਹੀਂ, ਪੈਨਿਕ ਹੋਣ ਦੀ ਕੋਈ ਲੋੜ ਨਹੀਂ ਆ। ਬੇਟੇ ਬਹੁਤ ਗਲਤ ਹੋਇਆ ਕਿ ਇਹ ਸਕੂਲ ਬੰਦ ਨਹੀਂ ਹੋਣੇ ਚਾਹੀਦੇ। ਮਸਾਂ ਤਾਂ ਬੱਚੇ ਆਉਣ ਲੱਗੇ ਸੀ, ਪੜ੍ਹਾਈ ਕਰਨ ਲੱਗੇ ਸੀ। ਹੁਣ 8ਵੀਂ ਤੇ 10ਵੀਂ ਦੇ ਐਗਜ਼ਾਮ ਵੀ ਆ ਗਏ ਤੇ ਇਸ ਲਈ ਸਕੂਲ ਬੰਦ ਕਰਨੇ ਬਹੁਤ ਜ਼ਿਆਦਾ ਗਲਤ ਹੈ। ਜਿਹੜੇ ਕਿ ਪੇਪਰ ਆਫਲਾਈਨ ਹੋ ਰਹੇ ਸੀ ਹੁਣ ਆਨਲਾਈਨ ਹੋਣਗੇ ਜਾਂ ਨਾ ਹੋਣਗੇ, ਇਹ ਜਦੋਂ ਸਰਕਾਰ ਦੀ ਪਾਲਿਸੀਜ਼ ਆਉਣਗੀਆਂ ਉਹੀ ਪਤਾ ਚੱਲੇਗਾ। ਤੁਹਾਨੂੰ ਲੱਗਦਾ ਕਿ ਪੰਜਾਬ ਸਰਕਾਰ ਦਾ ਜਿਹੜਾ ਸਹੀ ਹੈ ਠੀਕ ਕਰਨਾ, ਬੰਦ ਕਰਨਾ ਸਕੂਲ ਸਹੀ ਹੈ ਜਾਂ ਗਲਤ ਹੈ? ਨਹੀਂ, ਬੰਦ ਨਹੀਂ ਸੀ ਹੋਣੇ ਚਾਹੀਦੇ ਸਕੂਲ। ਬੱਚਿਆਂ ਦੀ ਪੜ੍ਹਾਈ ਤੇ ਕਿੰਨਾ ਕੁ ਅਸਰ ਪੈ ਰਿਹਾ? ਬੱਚਿਆਂ ਦੀ ਪੜ੍ਹਾਈ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ। ਬੱਚੇ ਘਰ ਘਰ ਫਿਰਦੇ ਪਏ ਹੈ ਤੇ ਉਹ ਪੜ੍ਹਾਈ ਨਹੀਂ ਕਰ ਰਹੇ। ਆਨਲਾਈਨ ਪੜ੍ਹਾਈ ਨਹੀਂ ਹੋ ਰਹੀ ਬੱਚਿਆਂ ਦੀ, ਕਿਉਂਕਿ ਕਦੇ ਕੋਲ ਮੋਬਾਈਲ ਨਹੀਂ ਹੈਗੇ। ਜੇ ਕਰਨਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਇਹੀ ਅਪੀਲ ਹੈ ਕਿ ਸਕੂਲ ਜਿਹੜੇ ਹੈ ਖੋਲ੍ਹੇ ਜਾਣ ਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਕੀਤਾ ਜਾਵੇ, ਬੱਚਿਆਂ ਨੂੰ ਪੜ੍ਹਨ ਦਿੱਤਾ ਜਾਵੇ। 31 ਮਾਰਚ ਤੱਕ ਪੇਪਰ ਪੋਸਟਪੋਨ ਕਰ ਦਿੱਤੇ ਆ, ਕੀ ਲੱਗਦਾ ਹੈ ਕਿ ਅੱਗੇ ਪੇਪਰ ਹੋ ਪਾਉਣਗੇ? ਹੋਣੇ ਤੇ ਚਾਹੀਦੇ ਹਨ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਲਈ ਇਹਨਾਂ ਹੀ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਨਾਲ। ਤਦ ਤੱਕ ਲਈ ਮੈਨੂੰ ਦੇ ਇਜਾਜ਼ਤ। ਬਹੁਤ ਬਹੁਤ ਧੰਨਵਾਦ।